ਅਸੀਂ ਹੁਣ ਸਾਰੇ ਕਹਿੰਦੇ ਘੜੇ ਦਾ ਪਾਣੀ ਪੀਓ, ਇਟ ਇਜ਼ ਨੈਚੁਰਲੀ ਕੂਲ। ਫ੍ਰਿਜ ਦਾ ਪਾਣੀ ਨਹੀਂ ਠੀਕ ਹੈ। ਸਿਮਿਲਰਲੀ ਬਿਲਡਿੰਗਸ ਜਿਹੜੀ ਮਿੱਟੀ ਦੀਆਂ ਹੈ, ਉਹਨਾਂ ਦੀ 에ਅਰ ਵੈਸੇ ਹੀ ਪਿਓਰੀਫਾਈਡ ਹੈ। ਸਾਡਾ ਸੋ ਇੱਕ ਚੀਜ਼ ਮੇਰੇ ਆਪਣੇ ਘਰ ਵਿੱਚ ਮਿੱਟੀ ਦੇ ਫਰਸ਼ ਹੈ, ਮਿੱਟੀ ਦੀ ਫਲੋਰਿੰਗ ਦੇ ਉੱਪਰ ਤੁਸੀਂ ਚੱਲੋ, ਤੁਹਾਨੂੰ ਬੈਕ ਏਕ ਨਹੀਂ ਹੋਏਗੀ, ਸਪਾਈਨਲ ਕਾਰਡ ਪ੍ਰੋਬਲਮਸ ਨਹੀਂ ਹੋਏਗੀ, ਕਿਉਂਕਿ ਹਿਊਮਨ ਬੀਇੰਗ ਵਾਸ ਮੈਂਟ ਟੂ ਵਾਕ ਔਨ ਸੌਫਟ ਫਲੋਰਿੰਗ। ਜਿਹੜੇ ਜਾਂਦੇ ਪਹਿਲੇ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਕੁਝ ਨਹੀਂ ਦਿਖਦਾ ਸੀ ਰਸਤੇ 'ਚ, ਸਿਰਫ ਹਾਈਵੇ ਸੀ। ਹੁਣ ਸਾਰਾ ਸੋਨੀਪਤ, ਸਾਰਾ ਜ਼ੀਰਕਪੁਰ, ਸਾਰਾ ਡੇਰਾਬੱਸੀ ਫਟਾਫਟ ਬੰਦਾ ਚਲਾ ਗਿਆ ਕਿ ਇੰਨੀ ਤੇਜ਼ ਕੰਸਟਰਕਸ਼ਨ ਕਿ ਕੋਈ ਕੈਮੀਕਲ ਨਹੀਂ। ਸਾਡੀ ਬਿਲਡਿੰਗਸ ਵਿੱਚ ਪੇਂਟ ਨਹੀਂ ਹੁੰਦਾ, ਪਹਿਲੇ ਲਾਈਮ ਵਾਸ਼ ਹੁੰਦਾ ਸੀ, ਚੂਨੇ ਦਾ ਚੂਨਾ ਹੁੰਦਾ ਸੀ, ਨੈਚੁਰਲ ਹੈ ਕਿਉਂਕਿ ਉਹਦੇ ਨਾਲ ਹਵਾ ਆਉਂਦੀ ਹੈ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਆਰਕੀਟੈਕਟ ਦੇ ਨਾਲ। ਸਵਨੀਤ ਕੌਰ ਸਾਡੇ ਨਾਲ ਮੌਜੂਦ ਨੇ। ਬੜਾ ਨਵੇਕਲਾ ਕਦਮ ਇਹਨਾਂ ਨੇ ਚੁੱਕਿਆ ਹੋਇਆ ਹੈ। ਆਰਕੀਟੈਕਚਰ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਨਵੇਂ ਆਈਡੀਆਜ਼ ਲੈ ਕੇ ਆਉਂਦਾ, ਪਰ ਜੋ ਇਹਨਾਂ ਦਾ ਹੈਗਾ ਮੇਨਲੀ ਫੋਕਸ ਜਿਹੜਾ ਈਕੋ ਫਰੈਂਡਲੀ ਹਾਊਸਿਸ 'ਤੇ ਰਹਿ ਰਿਹਾ ਅਤੇ ਕੰਕਰੀਟ ਦੀ ਜਗ੍ਹਾ 'ਤੇ ਮੱਡ ਯੂਜ਼ ਕਰਕੇ, ਗਾਰੇ ਨੂੰ ਯੂਜ਼ ਕਰਕੇ ਕਿਸ ਤਰੀਕੇ ਦੇ ਨਾਲ ਘਰ ਇਹਨਾਂ ਨੇ ਕਿਤੇ ਬਣਵਾਏ ਨੇ। ਅੱਗੇ ਵੀ ਬਣਾਉਣ ਦੇ ਲਈ ਕਾਫੀ ਪਲੈਨਿੰਗਸ ਜਿਹੜੀਆਂ ਨੇ ਉਹ ਕਰ ਰਹੇ ਨੇ। ਗੱਲਬਾਤ ਕਰਾਂਗੇ ਪੂਰਾ ਕਨਸੈਪਟ ਕੀ ਹੁੰਦਾ ਹੈ। ਮੈਮ ਸਵਾਗਤ ਹੈ ਜੀ ਬਾਬੂਸ਼ਾਹੀ 'ਤੇ। ਪਹਿਲਾਂ ਥੈਂਕ ਯੂ ਮੈਮ, ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਜੀ, ਫਿਰ ਆਪਾਂ ਜਿਹੜਾ ਤੁਹਾਡਾ ਆਈਡੀਆ ਉਹਦੇ ਬਾਰੇ ਗੱਲ ਕਰਾਂਗੇ। ਮੇਰਾ ਨਾਮ ਸਵਨੀਤ ਕੌਰ ਹੈ, ਮੈਂ ਇੱਥੋਂ ਹੀ ਬਿਲੋਂਗ ਕਰਦੀ ਹਾਂ, ਚੰਡੀਗੜ੍ਹ ਤੋਂ। ਅਤੇ ਬਾਈ ਪ੍ਰੋਫੈਸ਼ਨ ਮੈਂ ਆਰਕੀਟੈਕਚਰ ਕੀਤੀ ਹੋਈ ਹੈ। ਆਈ ਬਿਨ ਅ ਪ੍ਰੈਕਟਿਸਿੰਗ ਆਰਕੀਟੈਕਟ ਸਿੰਸ 1994 ਔਰ ਨਾਲ ਮੈਂ ਪ੍ਰੈਕਟਿਸ ਕਰਦੇ ਸਸਟੇਨੇਬਲ ਡਿਵੈਲਪਮੈਂਟ ਕੀਤੀ ਹੈ, ਸੋ ਦੈਟ ਜੋ ਅਸੀਂ ਕੰਮ ਕਰੀਏ ਇਟਸ ਬੈਨੀਫੀਸ਼ੀਅਲ ਫॉर ਦੀ ਇਨਵਾਇਰਮੈਂਟ। ਅਤੇ ਓਵਰਆਲ ਸਾਡੀ ਪ੍ਰੈਕਟਿਸ ਦਾ ਨਾਂ ਇਮਾਰਤ ਆਰਕੀਟੈਕਟਸ ਵਾਜ਼ ਐਸਟੈਬਲਿਸ਼ਡ ਇਨ 95। ਅਸੀਂ 250 ਤੋਂ ਉੱਤੇ ਪ੍ਰੋਜੈਕਟਸ ਕੀਤੇ ਫਰੋਮ ਦਿੱਲੀ ਟੂ ਆਲ ਓਵਰ ਪੰਜਾਬ, ਹਿਮਾਚਲ ਵਿੱਚ ਵੀ ਕੀਤੇ ਹੈ। ਐਂਡ ਪਿਛਲੇ 10-15 ਸਾਲਾਂ ਤੋਂ ਸਸਟੇਨੇਬਿਲਟੀ ਔਰ ਗ੍ਰੀਨ ਆਰਕੀਟੈਕਚਰ ਕਰਦੇ ਹੋਏ ਵੀ ਵੈਂਚਰਡ ਇਨਟੂ ਮੱਡ ਆਰਕੀਟੈਕਚਰ। ਕਿ ਜਿਸ ਤਰ੍ਹਾਂ ਲੋਕੀ ਰਿਅਲਾਈਜ਼ ਕਰ ਰਹੇ ਹੈਗੇ ਕਿ ਮੈਡੀਸਨ ਦੇ ਨਾਲ ਕਈ ਫਾਇਦੇ ਸਾਨੂੰ ਆਯੁਰਵੇਦਾ ਦੇ ਵੀ ਹੈਗੇ। ਟ੍ਰੈਡੀਸ਼ਨਲੀ ਇੰਡੀਆ ਵਿੱਚ ਸਸਟੇਨੇਬਿਲਟੀ ਪਹਿਲੇ ਹੀ ਸੀਗੀ। ਟ੍ਰੈਡੀਸ਼ਨਲ ਇੰਡੀਅਨ ਬਿਲਡਿੰਗ ਟੈਕਨੀਕਸ ਜੇ ਇੰਨੇ ਸਾਲਾਂ ਦੀਆਂ, ਸਾਡੇ ਪੁਰਾਣੇ ਜੋ ਵੀ ਫੋਰਟਸ ਦੇਖ ਲਓ, ਪੈਲੇਸਿਸ, ਮੰਦਿਰ, ਸਾਰਾ ਕੁਝ ਇੰਨੇ ਸਾਲਾਂ ਦਾ ਪੁਰਾਣਾ ਹੈ ਐਂਡ ਉਹ ਹਲੇ ਵੀ ਸਸਟੇਨੇਬਲ ਹੈ, ਕੰਫਰਟੇਬਲ ਹੈ। ਅਤੇ ਅਸੀਂ ਕੀ ਟੈਕਨੀਕਸ ਨੂੰ ਰੀਅਡੈਪਟ ਕਰ ਸਕਦੇ ਹਾਂ, ਮਟੀਰੀਅਲਸ ਕੀ ਚੇਂਜ ਕਰ ਸਕਦੇ ਹਾਂ, ਸਾਡੇ ਡਿਜ਼ਾਈਨ ਪ੍ਰਿੰਸੀਪਲਸ ਕੀ ਹੋ ਸਕਦੇ, ਕੀ ਪਤਾ ਉਹ ਪਹਿਲੇ ਹੀ ਸੀ। ਸੋ ਪਿਛਲੇ 10-15 ਸਾਲਾਂ ਤੋਂ ਸਾਡੀ ਆਰਗੇਨਾਈਜੇਸ਼ਨ ਵੀ ਸਟਾਰਟਡ ਅਨਦਰ ਆਰਗੇਨਾਈਜੇਸ਼ਨ, ਇਮਾਰਤ ਸੈਂਟਰ ਫॉर ਅਰਥ ਆਰਕੀਟੈਕਚਰ, ਸੋ ਦੈਟ ਅਸੀਂ ਉਹਦੇ ਵਿੱਚ ਰਿਸਰਚ ਕਰੀਏ ਤਾਂ ਕਿ ਜੋ ਅਸੀਂ ਬਿਲਡਿੰਗਸ ਬਣਾ ਰਹੇ ਹਾਂ ਅਸੀਂ ਬਲਾਈਂਡਲੀ ਯੂਰਪ ਨੂੰ ਨਾ ਕਾਪੀ ਕਰੀਏ। ਉਹਨਾਂ ਦਾ ਕੋਲਡ ਕਲਾਈਮੇਟ ਸੀ, ਅਸੀਂ ਇੱਥੇ ਇੰਨੇ ਗਰਮ ਕਲਾਈਮੇਟ। ਸਾਡੀ ਮੇਨ ਚੀਜ਼ ਇੱਥੇ 2-3 ਚੀਜ਼ਾਂ ਮੈਂ ਕੀਤੀਆਂ। 200-250 ਘਰ ਬਣਾਏ, ਸੋ ਆਲਮੋਸਟ 100-150 ਲੋਕਾਂ ਨਾਲ ਪਰਸਨਲ ਇੰਟਰੈਕਸ਼ਨ ਕਰਕੇ। ਦੇਖੋ ਇੰਡੀਆ ਵਿੱਚ 90% ਲੋਕੀ ਇੱਕੋ ਘਰ ਬਣਾਉਂਦੇ ਆ, ਆਪਣੀ ਏਜ ਦੇ 40-50 ਸਾਲ 'ਤੇ ਆਪਣੀ ਮੇਨ ਇਨਕਮ ਡਾਲਦੇ ਹੈ, ਔਰ ਹਾਊਸ ਵਾਈਫ ਦਾ ਤਾਂ 100% ਟਾਈਮ ਉਹਦੇ 'ਚ ਨਿਕਲਦਾ ਹੈ। ਸੋ ਉਹਦੇ ਲਈ ਕਾਫੀ ਇੰਪੋਰਟੈਂਟ ਚੀਜ਼ ਹੈ। ਔਰ ਇੰਡੀਆ ਇੰਨਾ ਵੀ ਰਿਚ ਨਹੀਂ ਹੈ ਕਿ ਅਸੀਂ ਬਹੁਤ ਪੈਸੇ ਵੇਸਟ ਕਰ ਸਕਦੇ ਹਾਂ। ਸੋ ਇਕਨੋਮਿਕਸ ਵੀ ਇੰਪੋਰਟੈਂਟ ਹੈ, ਲੋਕਾਂ ਦੀ ਹੈਲਥ, ਔਰ ਸਾਡਾ ਜਿਹੜਾ ਲਾਈਫ ਸਟਾਈਲ ਫੈਮਿਲੀ ਸਟਰਕਚਰ ਹੈ ਉਹ ਵੀ ਇੰਪੋਰਟੈਂਟ ਹੈ। ਸੋ ਉਹ ਸਾਰੀ ਚੀਜ਼ਾਂ ਦੇਖ ਕੇ ਸਾਨੂੰ ਆਪਣੇ ਕਲਚਰ ਦੇ ਹਿਸਾਬ ਨਾਲ ਕੀ ਅਸੀਂ ਬੈਸਟ ਬਣਾ ਸਕਦੇ ਹਾਂ ਔਰ ਮਟੀਰੀਅਲਸ ਕੀ ਯੂਜ਼ ਕਰ ਸਕਦੇ ਹਾਂ। ਇੰਨੇ ਸਾਲਾਂ ਤੋਂ ਮਿੱਟੀ ਪਹਿਲੇ ਯੂਜ਼ ਹੋ ਰਹੀ ਸੀ। ਜਦੋਂ ਪਾਰਟੀਸ਼ਨ ਦੇ ਬਾਅਦ ਸਰਕਾਰ ਨੇ ਹਰ ਸ਼ਹਿਰ ਵਿੱਚ ਮਾਡਲ ਟਾਊਨ ਬਣਾਏ, ਹਜ਼ਾਰਾਂ ਘਰ ਬਣਾਏ, ਤਾਂ ਵੀ ਮਿੱਟੀ 'ਤੇ ਬਣਾਏ। ਕਈ ਘਰ ਅਸੀਂ ਦੇਖੇ, ਅਸੀਂ ਉਹੀ ਡਿਮੋਲਿਸ਼ ਕਰਕੇ ਜਦੋਂ ਬਣਾਉਂਦੇ ਹਾਂ ਬਾਕੀ ਕੰਧਾਂ ਟੁੱਟ ਜਾਂਦੀਆਂ, ਮਿੱਟੀ ਦੀ ਕੰਧਾਂ ਨਹੀਂ ਟੁੱਟਦੀਆਂ। ਸੋ ਮਜ਼ਬੂਤੀ ਦੇਖ ਲਓ, ਬਾਕੀ ਚੀਜ਼ਾਂ ਦੇਖ ਲਓ, ਐਂਡ ਕਾਮਨ ਸੈਂਸ ਹੈਲਥ ਵਾਈਜ਼ ਵੀ ਜੇ ਤੁਸੀਂ ਦੇਖੋ ਕਿ ਅਸੀਂ ਹੁਣ ਸਾਰੇ ਕਹਿੰਦੇ ਘੜੇ ਦਾ ਪਾਣੀ ਪੀਓ, ਇਟ ਇਜ਼ ਨੈਚੁਰਲੀ ਕੂਲ। ਫ੍ਰਿਜ ਦਾ ਪਾਣੀ ਨਹੀਂ ਠੀਕ ਹੈ। ਸਿਮਿਲਰਲੀ ਬਿਲਡਿੰਗਸ ਜਿਹੜੀ ਮਿੱਟੀ ਦੀਆਂ ਉਹਨਾਂ ਦੀ 에ਅਰ ਵੈਸੇ ਹੀ ਪਿਓਰੀਫਾਈਡ ਹੈ। ਸੋ ਇੱਕ ਚੀਜ਼ ਸਾਨੂੰ ਪੜ੍ਹਾਈ ਜਾਂਦੀ ਸੀ, ਸਿਕ 에ਅਰ ਸਿੰਡਰੋਮ, ਕਿ ਆਫਿਸਿਸ ਵਿੱਚ ਜਿਹੜੇ ਪਰਮਾਨੈਂਟਲੀ ਏਅਰ ਕੰਡੀਸ਼ਨਡ ਹੈ, ਗਲਾਸ ਬਿਲਡਿੰਗਸ ਹੈ, ਉਹਨਾਂ ਵਿੱਚ ਏਅਰ ਹੀ ਸਿੱਕ। ਜਿਸ ਤਰ੍ਹਾਂ ਹੁਣ ਕੋਵਿਡ ਵਿੱਚ ਵੀ ਤੁਸੀਂ ਇੱਕ ਬਿਲਡਿੰਗ ਵਿੱਚ ਨਾ ਬੈਠੋ ਕਿਉਂਕਿ ਇੱਕ ਨੂੰ ਹੈ ਦੂਜੇ ਨੂੰ ਹੋਏਗਾ, ਕਿਉਂਕਿ ਉਹਦੇ ਵਿੱਚ ਇੱਕ ਹੀ ਏਅਰ ਸਰਕੂਲੇਟ ਹੋ ਰਹੀ ਹੈ। ਮਿੱਟੀ ਦੇ ਘਰਾਂ 'ਚ ਇਹ ਨਹੀਂ ਹੈ, ਹਰ ਵੇਲੇ ਤੁਹਾਡੀ ਏਅਰ ਪਿਓਰੀਫਾਈ ਹੋ ਰਹੀ ਹੈ। ਸੋ ਉਹ ਟੈਕਨੀਕ ਪਰ ਅਸੀਂ ਪਿੱਛੇ ਨਹੀਂ ਜਾ ਸਕਦੇ, ਲਾਈਕ ਜਿਸ ਤਰ੍ਹਾਂ ਆਯੁਰਵੈਦਿਕ ਹੈ ਜਾਂ ਨੈਚੁਰਲ ਮਟੀਰੀਅਲਸ ਹੈ, ਅਤੇ ਉਹ ਅੱਗੇ ਦੇ ਫਿਊਚਰਿਸਟਿਕ ਹਿਸਾਬ ਨਾਲ ਜੋ ਸਾਡਾ ਕੰਟੈਂਪਰੇਰੀ ਲਾਈਫ ਸਟਾਈਲ ਹੈ, ਸਾਨੂੰ ਇੰਨੀ ਲਗਜ਼ਰੀ ਵੀ ਚਾਹੀਦੀ ਹੈ, ਸਰਵਿਸਿਜ਼ ਵੀ ਚਾਹੀਦੀ ਹੈ, ਉਹ ਵੀ ਅਡੈਪਟ ਕਰੀਏ ਔਰ ਮਟੀਰੀਅਲਸ ਅਸੀਂ ਉਹ ਯੂਜ਼ ਕਰੀਏ ਜਿਹੜੇ ਹੈਲਦੀ ਹੈ।
ਸੋ ਇਮਾਰਤ ਸੈਂਟਰ ਫॉर ਅਰਥ ਆਰਕੀਟੈਕਚਰ ਵਿੱਚ ਕਾਫੀ ਕੰਮ ਸਾਡਾ ਰਿਸਰਚ ਦਾ ਵੀ ਹੈਗਾ ਕਿ ਕਿਸ ਤਰ੍ਹਾਂ ਅਸੀਂ ਸਾਡੀ ਬਿਲਡਿੰਗਸ ਫਿਊਚਰਲੀ ਹੋਣ, ਮਟੀਰੀਅਲ ਸਾਡੇ ਟ੍ਰੈਡੀਸ਼ਨਲ ਹੋਣ ਔਰ ਅਸੀਂ ਆਪਣਾ ਟ੍ਰੈਡੀਸ਼ਨਲ ਨੌਲੇਜ ਨੂੰ ਅੱਗੇ ਆਪਣੀ ਕੰਫਰਟ ਲਈ ਯੂਜ਼ ਕਰ ਸਕੀਏ। ਸੋ ਕਾਫੀ ਹੁਣ ਜਿਸ ਤਰ੍ਹਾਂ ਸਾਡੇ ਆਪਣੇ ਆਫਿਸ ਬਿਲਡਿੰਗ ਵਗੈਰਾ ਵਿੱਚ ਗਰਮੀਆਂ ਵਿੱਚ ਟੈਂਪਰੇਚਰ ਕਦੀ ਵੀ 27 ਡਿਗਰੀ ਤੋਂ ਉੱਪਰ ਨਹੀਂ ਹੋਇਆ। ਏਅਰ ਕੰਡੀਸ਼ਨਿੰਗ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅਸੀਂ ਡਿਜ਼ਾਈਨ ਜਿਹੜਾ ਆਰਕੀਟੈਕਚਰਲੀ ਸੋਲਰ ਪੈਸਿਵ ਪ੍ਰਿੰਸੀਪਲਸ ਦੇ ਹਿਸਾਬ ਨਾਲ ਕਰਦੇ ਹਾਂ ਸੋ ਦੈਟ ਗਰਮੀਆਂ ਵਿੱਚ ਠੰਡਾ ਰਹੇ, ਸਰਦੀਆਂ ਵਿੱਚ ਧੁੱਪ ਸਾਡੀ ਕਿਚਨ ਵਿੱਚ ਆਏ, ਵਿਹੜੇ 'ਚ ਆਏ, ਜੋ ਸਾਡਾ ਲਾਈਫ ਸਟਾਈਲ ਹੈ। ਬਿਕੋਜ਼ ਇੱਥੇ ਬਹੁਤ ਜ਼ਿਆਦਾ ਗਰਮੀ ਹੈ, ਬਹੁਤ ਜ਼ਿਆਦਾ ਠੰਡ ਹੈ, ਬਹੁਤ ਜ਼ਿਆਦਾ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਬਰਸਾਤ ਵੀ ਹੈ। ਆਰ ਬਿਲਡਿੰਗ ਹੈਜ਼ ਟੂ ਕੇਟਰ ਟੂ ਆਲ ਥੀਸ। ਸੋ ਕਿੱਥੇ ਬਣਾਏ ਨੇ ਤੁਸੀਂ ਜਿਹੜੇ ਇਹ ਘਰ ਨੇ ਇਕੋ ਫਰੈਂਡਲੀ ਹਾਊਸ ਕਹਿ ਸਕਦੇ ਆ? ਇਹ ਪੰਜਾਬ 'ਚ ਬਣਾਏ ਹੋਣਗੇ ਜਾਂ ਪੰਜਾਬ ਤੋਂ ਬਾਹਰ ਵੀ, ਤੇ ਕਿੱਥੇ ਬਣਾਏ? ਮੇਨਲੀ ਅਸੀਂ ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ ਤੱਕ ਮੇਨਲੀ ਇਸ ਏਰੀਆ 'ਚ ਬਣਾਇਆ ਹੈ। ਪੰਜਾਬ ਵਿੱਚ ਇੱਥੇ ਜਲੰਧਰ, ਰਸਤੇ ਡੇਰਾਬੱਸੀ, ਅਬੋਹਰ, ਫਾਜ਼ਿਲਕਾ, ਰਾਜਪੁਰਾ, ਸੰਗਰੂਰ ਔਰ ਹਿਮਾਚਲ ਵਿੱਚ ਕਾਂਗੜਾ ਡਿਸਟ੍ਰਿਕਟ ਵਿੱਚ ਧਰਮਸ਼ਾਲਾ, ਬੀੜ, ਪਾਲਮਪੁਰ ਔਰ ਹਰਿਆਣਾ ਪੂਰੀ ਬੈਲਟ ਹੀ ਤਕਰੀਬਨ ਅੰਬਾਲਾ ਤੋਂ ਲੈ ਕੇ ਦਿੱਲੀ ਤੱਕ, ਕਰਨਾਲ, ਪਾਨੀਪਤ, ਸੋਨੀਪਤ, ਦਿੱਲੀ, ਗੁੜਗਾਉਂ। ਹੁਣ ਤੇ ਕਾਫੀ ਹੁਣ ਸਾਨੂੰ ਪ੍ਰੋਜੈਕਟ ਜਿਹੜੇ ਅਸੀਂ ਕਰ ਰਹੇ ਹਾਂ ਝਾਰਖੰਡ ਹੈ, ਭੋਪਾਲ ਹੈ ਲਾਸਟ 2 ਸਾਲ ਵਿੱਚ, ਕਿਉਂਕਿ ਅਵੇਅਰਨੈਸ ਬਹੁਤ ਸਪਰੈਡ ਹੋ ਰਹੀ ਹੈ। ਔਰ ਪਹਿਲੇ ਇੰਡੀਆ ਵਿੱਚ ਈਵਨ ਆਰਕੀਟੈਕਚਰ ਸਟੂਡੈਂਟਸ ਨੂੰ ਪਤਾ ਜੇ ਉਹਨਾਂ ਨੇ ਮਡ ਕੰਸਟਰਕਸ਼ਨ ਜਾਂ ਸਸਟੇਨੇਬਲ ਸਿੱਖਣਾ ਹੈ ਸਿਰਫ ਔਰੋਵਿਲ ਵਿੱਚ ਸੀ। ਔਰੋਵਿਲ ਤਮਿਲਨਾਡੂ ਦੇ ਵੀ ਕਾਰਨਰ 'ਤੇ, ਮਤਲਬ ਰਾਈਟ ਬਾਟਮ ਸਾਊਥ ਆਫ ਇੰਡੀਆ, ਅਤੇ ਪੰਜਾਬ ਹਰਿਆਣਾ ਵਿੱਚ ਸੀਗਾ ਹੀ ਨਹੀਂ, ਜਿਹੜਾ ਕਿ ਸਭ ਤੋਂ ਪ੍ਰੋਗਰੈਸਿਵ ਸਟੇਟਸ ਮੰਨੇ ਜਾਂਦੇ ਹੈ। ਸੋ ਸਾਡਾ ਇੱਕ ਮਕਸਦ ਇਹ ਵੀ ਸੀ ਕਿ ਜਿਹੜੀ ਇੰਨੀ ਰਿਸਰਚ ਔਰ ਟੈਕਨੋਲੋਜੀ ਮਡ ਕੰਸਟਰਕਸ਼ਨ ਵਿੱਚ, ਸਸਟੇਨੇਬਲ ਮਟੀਰੀਅਲ ਵਿੱਚ, ਹੈਲਦੀ ਲਾਈਫ ਸਟਾਈਲ ਵਿੱਚ ਹੋ ਰਹੀ ਹੈ, ਉਹ ਇਸ ਏਰੀਆ ਵਿੱਚ ਅਸੀਂ ਸਪਰੈਡ ਕਰੀਏ। ਸੋ ਅਸੀਂ ਕਨਵੈਨਸ਼ਨਲ ਬਿਲਡਿੰਗਸ ਜਿਹੜੀ ਹੈਗੀਆਂ ਉਹ ਕੱਟ ਕਰਤੀ। ਸਾਡੀ ਆਰਕੀਟੈਕਚਰਲ ਪ੍ਰੈਕਟਿਸਿਸ ਦੀ ਆਲਮੋਸਟ ਸਾਰੀ ਡਿਜ਼ਾਈਨਿੰਗ ਕੰਸਟਰਕਸ਼ਨ ਇਜ਼ ਟੂ ਸਸਟੇਨੇਬਲ ਬਿਲਡਿੰਗਸ। ਕਿੰਨਾ ਕਸਰ ਦਿਖ ਰਿਹਾ ਕਿਉਂਕਿ ਲੋਕ ਅੱਜ ਕੱਲ ਐਡਵਾਂਸ ਹੁੰਦੇ ਜਾ ਰਹੇ ਨੇ, ਤੇ ਇਹੋ ਜਿਹੇ ਮਾਹੌਲ ਦੇ ਵਿੱਚ, ਤੇ ਤੁਸੀਂ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਹੋ, ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜੇ ਸਟਰਕਚਰਸ ਨੇ ਬੜਾ ਹਾਈਫਾਈ ਸ਼ਹਿਰ ਮੰਨਿਆ ਜਾਂਦਾ, ਤੇ ਇਹੋ ਜਿਹੇ ਮਾਹੌਲ ਦੇ ਵਿੱਚ ਵਾਪਸ ਲੋਕਾਂ ਨੂੰ ਸਮਝਾਉਣਾ ਕਿ ਇਹ ਚੀਜ਼ ਤੁਹਾਡੇ ਲਈ ਜ਼ਿਆਦਾ ਬੈਟਰ ਰਹੂਗੀ, ਤੇ ਕਿੰਨੇ ਕੁ ਲੋਕੀ ਮੰਨ ਜਾਂਦੇ ਨੇ, ਕਿੰਨੇ ਕੁ ਲੋਕ ਉੱਧਰ ਤੁਰ ਪਏ ਨੇ? ਹਾਂ, ਇਹ ਤੁਹਾਡੇ ਸੇ ਬੜਾ ਅੱਛਾ ਕੁਐਸਚਨ ਪੁੱਛਿਆ ਕਿਉਂਕਿ ਨਾ ਇੱਕ ਮਾਈਂਡ ਸੈਟ ਹੁੰਦਾ ਹੈ। ਜਿੰਨੇ ਮੈਂ ਵੀ ਦੇਖ ਰਹੀ ਹਾਂ ਪਿਛਲੇ, ਹੁਣ ਸਾਨੂੰ 2014 ਵਿੱਚ ਇੱਥੇ ਆਏ ਸੀ, ਕਿੰਨੇ ਸਾਲ ਹੋ ਗਏ ਇੱਥੇ ਵੀ, ਮੋਸਟਲੀ ਜਿੰਨੀ ਨਵੀਂ ਕੰਸਟਰਕਸ਼ਨਸ ਹੋ ਰਹੀਆਂ ਸਾਰੀ ਇੱਕੋ ਪੈਟਰਨ 'ਚ ਹੋ ਰਹੀਆਂ। ਉਹੀ ਕੰਕਰੀਟ, 2-4 ਜਿਨ੍ਹਾਂ ਨੇ ਰਹਿਣਾ ਨਹੀਂ ਤੇ 20-20 ਪਿੱਲਰ, ਇੰਨਾ ਸਰੀਆ, ਸਾਰਾ ਉਹੀ ਬਣ ਰਿਹਾ। ਤੁਸੀਂ ਕਲਾਇੰਟ ਨੂੰ ਕਹੋ ਮਿੱਟੀ ਵਿੱਚ, ਪਹਿਲੀ ਗੱਲ ਤੇ ਸਾਨੂੰ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਉਹ ਚੱਲ ਰਹੀ ਹੈ ਪੇਪਰ ਵਰਕ ਔਰ ਵਕਾਲਤ ਬੇਸਿਕਲੀ, ਕਿ ਚੰਡੀਗੜ੍ਹ ਬਾਈਲਾਜ਼ ਮਡ ਵਾਲਸ ਹੀ ਨਹੀਂ ਅਲਾਓ ਕਰਦੇ। ਸੋ ਹਲੇ ਅਸੀਂ ਟੂ ਟੇਕ ਅਪ ਦਾ ਚੈਲੰਜ, ਅਸੀਂ ਜਿਸ ਤਰ੍ਹਾਂ ਇੱਕ ਮਿਡਲ ਸਟੋਰੀ ਦਾ ਮਿਡਲ ਇਨਕਮ ਲਈ ਫਲੈਟ ਕਨਵਰਟ ਕੀਤਾ ਕਿ ਉਹਨੂੰ ਅਸੀਂ ਮਡ ਪਲਾਸਟਰ ਔਰ ਨੈਚੁਰਲ ਟੈਕਨੀਕਸ ਨਾਲ ਕਿਸ ਤਰ੍ਹਾਂ ਕਰ ਸਕਦੇ ਹਾਂ। ਇਸ ਕਰਕੇ ਅਸੀਂ ਆਫਿਸ ਵੀ ਆਪਣਾ ਫਲੈਟ ਵਿੱਚ ਰੱਖਿਆ ਤਾਂ ਕਿ ਸਾਡਾ ਕੰਮ ਜ਼ਿਆਦਾ ਮਿਡਲ ਏਜ ਸੈਗਮੈਂਟ ਨੂੰ ਜਾ ਸਕੇ, ਮਿਡਲ ਇਨਕਮ ਸੈਗਮੈਂਟ ਨੂੰ। ਇਹ ਨਹੀਂ ਕਿ ਸਿਰਫ ਹੀ ਲੋਕੀ ਫਾਰਮ ਹਾਊਸ ਬਣਾ ਸਕਣ। ਔਰ ਚੰਡੀਗੜ੍ਹ ਪਰ ਸੇ ਵਿੱਚ ਹਲੇ ਮਡ ਵਾਲਸ ਨਹੀਂ ਅਲਾਓ, ਵੀ ਆਰ ਟਰਾਈਂਗ ਕਿ ਬਾਈਲਾਜ਼ ਅਲਾਓ ਕਰਦੇ, ਬਟ ਪੰਜਾਬ ਆਸ-ਪਾਸ ਜਿੰਨੀ ਹੋ ਰਹੀ ਹੈ, ਜਿਸ ਤਰ੍ਹਾਂ ਨਿਊ ਮੁੱਲਾਪੁਰ ਦੇ ਪਾਸ ਅਸੀਂ ਪ੍ਰੋਜੈਕਟਸ ਕਰ ਰਹੇ ਹਾਂ, ਇਸ ਸਾਈਡ ਅਸੀਂ ਟੂਵਰਡਸ ਮੋਰਨੀ, ਟੂਵਰਡਸ ਪੰਚਕੁਲਾ ਕਰ ਰਹੇ ਹਾਂ। ਬਟ ਹਾਂ, ਇਨਸਾਈਡ ਚੰਡੀਗੜ੍ਹ ਲੋਕਾਂ ਨੂੰ ਹੁਣ ਅਵੇਅਰਨੈਸ ਹੁੰਦੀ ਜਾ ਰਹੀ ਹੈ, ਸਪੈਸ਼ਲੀ ਆਫਟਰ ਦਿਸ ਹੈਲਥ ਦਿਸ ਥਿੰਗ ਕੋਵਿਡ ਦੇ ਨਾਲ ਵੀ। ਜਿਸ ਤਰ੍ਹਾਂ ਹੁਣ ਹਰਬਲ ਪ੍ਰੋਡਕਟਸ ਲੋਕੀ ਕੈਮੀਕਲ ਸ਼ੈਂਪੂ ਛੱਡ ਕੇ ਕਹਿੰਦੇ ਹਰਬਲ ਕਰੋ, ਫੂਡ ਵੈਜੀਟੇਬਲ ਵੀ ਕਿ ਪੈਸਟੀਸਾਈਡਸ ਵਾਲੀ ਨਾ ਖਾਈਏ, ਅਸੀਂ ਜੀ ਨੈਚੁਰਲ ਆਰਗੈਨਿਕ ਵੈਜੀਟੇਬਲਸ ਖਾਈਏ। what we are trying to build is organic homes, ਕਿ ਕੋਈ ਕੈਮੀਕਲ ਨਹੀਂ। ਸਾਡੀ ਬਿਲਡਿੰਗਸ ਵਿੱਚ ਪੇਂਟ ਨਹੀਂ ਹੁੰਦਾ, ਪਹਿਲੇ ਲਾਈਮ ਵਾਸ਼ ਹੁੰਦਾ ਸੀ, ਚੂਨਾ ਹੁੰਦਾ ਸੀ, ਨੈਚੁਰਲ ਹੈ ਕਿਉਂਕਿ ਉਹਦੇ ਨਾਲ ਹਵਾ ਆਉਂਦੀ ਹੈ। ਓਵਰ ਦ ਈਅਰਸ ਜਿੰਨੇ ਮੋਸਟ ਆਫ ਦ ਪੇਂਟਸ, ਇੱਕ ਟਰਮ ਆਉਂਦਾ ਨੋਨ VOC, ਠੀਕ ਹੈ, ਕਿ VOC ਪੇਂਟਸ ਆਉਣ ਲੱਗੇ ਕਿ ਉਹਨਾਂ ਵਿੱਚ ਕੈਮੀਕਲਸ ਇੰਨੇ ਕਿ ਉਹ ਕੈਮੀਕਲ ਜੋ ਰੇਡੀਏਟ ਕਰਦੇ ਉਹਦੇ ਨਾਲ ਲੋਕਾਂ ਨੂੰ ਅਸਥਮਾ ਹੋ ਰਿਹਾ, ਬਿਮਾਰੀਆਂ ਆ ਰਹੀਆਂ, ਸਾਰਾ ਕੁਝ ਹੋ ਰਿਹਾ। ਵੀ ਡੋਂਟ ਯੂਜ਼ ਦੋਸ ਪੇਰੈਂਟਸ ਕਿਉਂਕਿ ਤੁਸੀਂ ਹਰ ਵੇਲੇ ਉਹ ਇਨਹੇਲ ਕਰ ਰਹੇ ਹੋ। ਸੋ ਆਰ ਹੋਮਸ ਹੈਵ ਟੂ ਬੀ ਆਰਗੈਨਿਕ। ਸਾਡੀ ਜੋ ਮਿੱਟੀ ਦੀ ਕੰਧਾਂ ਨੇ ਉਹ ਵੈਸੇ ਹੀ ਏਅਰ ਪਿਊਰੀਫਾਈ ਕਰ ਰਹੀਆਂ। ਦੈਨ ਵੀ ਕੰਬਾਈਨ ਦ ਰਾਈਟ ਲੈਂਡਸਕੇਪਿੰਗ ਤਾਂ ਕਿ ਇਨਵਾਇਰਮੈਂਟ ਕੀ ਹੈ, ਪਲਾਂਟਸ ਕੀ ਕਰ ਰਹੇ। ਸੋ ਹੈਲਥ ਐਂਡ ਬਿਲਡਿੰਗ ਇੰਨੀ ਕਲੋਜ਼ਲੀ ਰਿਲੇਟਡ ਹੈ। ਧੀਰੇ ਧੀਰੇ ਐਟਲੀਸਟ ਦ ਐਲੀਟ, ਉਹ ਤੁਸੀਂ ਸਮਝੋ ਜਿਸ ਤਰ੍ਹਾਂ ਅੱਜ ਤੋਂ 15-20 ਸਾਲ ਪਹਿਲੇ ਨਾ ਲੋਕੀ ਸਾਰੇ ਸਿੰਥੈਟਿਕ ਕੱਪੜੇ ਪਾਉਂਦੇ ਸੀ, ਚਾਈਨਾ ਤੋਂ ਕੱਪੜਾ ਆ ਰਿਹਾ, ਸਾਰੇ ਬੜੇ ਵਧੀਆ ਕੱਪੜੇ ਹੈ, ਪ੍ਰੈਸ ਵੀ ਨਹੀਂ ਕਰਨੇ ਪੈਂਦੇ, ਮੇਨਟੇਨੈਂਸ ਵੀ ਨਹੀਂ ਹੈ। ਹੁਣ
ਪਿਛਲੇ 10 ਸਾਲ ਤੋਂ ਹਰ ਕੋਈ ਕਾਟਨ ਪਾ ਰਿਹਾ, ਠੀਕ ਹੈ। ਖਾਦੀ ਨੂੰ ਹੀ ਤੁਸੀਂ ਦੇਖੋ, ਮੋਦੀ ਨੇ ਹਰ ਇੰਟਰਨੈਸ਼ਨਲ ਮੀਟਿੰਗ ਉਹ ਸੂਟ ਪੈਂਟ ਨਹੀਂ ਪਾ ਕੇ ਜਾਂਦੇ, ਕਿਉਂਕਿ ਕੋਟ ਔਰ ਸੂਟ ਠੰਡੀ ਕੰਟਰੀਜ਼ ਦਾ ਗਾਰਮੈਂਟ ਹੈ। ਸਾਡੇ ਲੀਡਰਸ ਨੇ ਦੇਖ ਲਿਆ ਕਿ ਸਾਨੂੰ ਇੰਡੀਅਨ ਉਹ ਸੂਟ ਕਰਦਾ ਹੈ, ਕਾਟਨ ਪਾਓ। ਸਿਮਿਲਰਲੀ ਬਿਲਡਿੰਗਸ, ਇੰਨਾ ਗਲਾਸ, ਇੰਨਾ ਕੰਕਰੀਟ, ਅਸੀਂ ਵੀ ਹੁਣ ਜਿਸ ਬਿਲਡਿੰਗ 'ਚ ਖੜੇ ਹਾਂ ਦੇਖੋ ਕਿੰਨੀ 에ਅਰ ਕੰਡੀਸ਼ਨਿੰਗ ਚੱਲ ਰਹੀ ਹੈ। ਇਹ ਕੋਲਡ ਕਲਾਈਮੇਟਸ ਲਈ ਹੈ, ਅਸੀਂ ਕਾਪੀ ਕਰ ਲਈ ਯੂਰਪ ਤੋਂ। ਇਟ ਇਜ਼ ਨਾਟ ਸੂਟੇਬਲ ਫॉर ਅਸ। ਸਾਨੂੰ ਕਿਸ ਤਰ੍ਹਾਂ ਦੀ ਬਿਲਡਿੰਗ 'ਚ ਸਾਡਾ ਲਾਈਫ ਸਟਾਈਲ ਕੀ ਹੈ? ਤੁਸੀਂ ਦੇਖੋ ਨੈਚੁਰਲ ਇੰਡੀਅਨ ਲਾਈਫ ਸਟਾਈਲ ਵਿੱਚ ਪਹਿਲੇ ਵਿਹੜੇ ਹੁੰਦੇ ਸੀ, ਵਰਾਂਡਾਜ਼ ਹੁੰਦੇ ਸੀ। ਕਿਉਂ? ਕਿਉਂਕਿ ਮਿਲਨਸਾਰ ਲਾਈਫ ਸਟਾਈਲ ਹੈ, ਕੋਈ ਆਏਗਾ ਮਿਲੇਗਾ, ਉਹ ਭਾਵੇਂ ਪੋਸਟਮੈਨ ਹੋਏ ਭਾਵੇਂ ਤੁਹਾਡਾ ਗੈਸਟ ਹੋਏ, ਬੈਠਣ ਦੀ ਜਗ੍ਹਾ ਕਿੱਥੇ? ਹੁਣ ਘਰ ਹੀ ਇਹੋ ਜਿਹੇ ਨਹੀਂ ਬਣ ਰਹੇ। ਸੋ ਵੀ ਹੈਵ ਟੂ ਗੋ ਬੈਕ ਟੂ ਆਰ ਰੂਟਸ, ਆਪਣੇ ਲਈ ਹੈਲਦੀ ਰਹਿਣ ਲਈ। ਇੰਡੀਆ ਵਿੱਚ ਪਹਿਲੇ ਡਿਪਰੈਸ਼ਨ ਵਰਗੀ ਚੀਜ਼ਾਂ ਨਹੀਂ ਹੁੰਦੀਆਂ ਸੀ, ਠੀਕ ਹੈ। ਯੂਰਪ ਵਿੱਚ ਤਾਂ 80% ਪੀਪਲ ਆਰ ਡਿਪਰੈਸਡ, ਸਾਰਾ ਕੁਛ ਹੈ ਫਿਰ ਵੀ ਡਿਪਰੈਸਡ ਹੈ। ਇੰਡੀਆ ਵਿੱਚ ਨਹੀਂ ਹੁੰਦਾ ਸੀ, ਮਿਲਨਸਾਰ ਲਾਈਫ ਸਟਾਈਲ ਹੈ, ਬਿਲਡਿੰਗਸ ਇਸ ਤਰ੍ਹਾਂ ਹੈ। ਹੁਣ ਜੇ ਅਸੀਂ ਉਹੀ ਚੀਜ਼ਾਂ ਇੱਥੇ ਕਾਪੀ ਕਰਦੇ ਰਹਾਂਗੇ ਦੈਨ ਨੈਚੁਰਲੀ ਪ੍ਰੋਬਲਮਸ ਦਿਖ ਰਹੀਆਂ ਸਾਨੂੰ ਯੰਗਰ ਜਨਰੇਸ਼ਨ। ਸੋ ਵੀ ਆਰ ਟਰਾਈਂਗ ਟੂ ਐਜੂਕੇਟ ਦੈਮ ਕਿ ਸਾਡਾ ਲਾਈਫ ਸਟਾਈਲ ਸਾਡੇ ਘਰ ਨਾਲ ਬਹੁਤ ਅਫੈਕਟਡ ਹੈ। ਸਾਡੇ ਘਰ ਕੰਫਰਟ ਲਈ ਹੈ, ਰਹਿਣ ਲਈ ਹੈ, ਇੱਕ ਅੱਛੀ ਲਾਈਫ ਲਈ ਹੈ, ਸਿਰਫ ਸ਼ੋ ਆਫ ਜਾਂ ਸਿਰਫ ਕਾਪੀ ਲਈ ਨਹੀਂ ਹੈ। ਐਂਡ ਉਹਦੇ ਵਿੱਚ ਵੀ ਜਿਹੜੀ ਕੰਫਰਟ ਲਗਜ਼ਰੀ ਲੋਕ ਹੁਣ ਜੋ ਚੀਜ਼ਾਂ ਚਾਹੁੰਦੇ, ਲੋ ਮੇਨਟੇਨੈਂਸ ਹੋਏ। ਕੋਈ ਸਾਡੇ ਘਰਾਂ ਵਿੱਚ ਬਾਰ-ਬਾਰ ਨਹੀਂ ਕਿ ਹਰ 6 ਮਹੀਨੇ ਬਾਅਦ ਲਿਪਾਈ ਕਰਨੀ ਪਏਗੀ ਮਿੱਟੀ ਦੀ। ਅਸੀਂ ਉਹ ਟੈਕਨੀਕਸ ਕਰ ਲਈਆਂ ਕਿ ਜੇ ਮਿੱਟੀ ਦਾ ਪਲਾਸਟਰ ਹੈ, ਹੁਣ ਤੁਸੀਂ ਸਾਡੀ ਬਿਲਡਿੰਗਸ ਦੇਖੋ ਕਿਤੇ ਕਿਤੇ ਸਿਰਫ ਸੀਮੈਂਟ ਪਲਾਸਟਰ ਜਾਂ ਬੈਂਡ ਹੈ ਕੰਟਰਾਸਟ ਲਈ। ਵਾਈਟ ਸੀਮੈਂਟ ਪਲਾਸਟਰ ਬਾਹਰ ਪੇਂਟ ਦੇ ਬਾਅਦ 2 ਬਰਸਾਤਾਂ ਦੇ ਬਾਅਦ ਕਾਲਾ ਹੋ ਜਾਂਦਾ, ਸਭ ਨੂੰ ਪਤਾ ਹੈ। ਫਿਰ ਲੋਕੀ ਘਰ ਦੁਬਾਰਾ ਪੇਂਟ ਕਰਾਉਂਦੇ। ਮਿੱਟੀ ਦਾ ਪਲਸਤਰ ਸਾਡੇ ਆਪਣੇ ਇੰਸਟੀਚਿਊਟ ਵਿੱਚ ਵੀ 12 ਸਾਲ ਹੋ ਗਏ, ਉਹਨੂੰ ਕੁਛ ਨਹੀਂ ਹੋਇਆ। ਇਟ ਲੁਕਸ ਲਾਈਕ ਹੈਰੀਟੇਜ ਪੇਂਟ, ਇਸ ਤਰ੍ਹਾਂ ਦਿਸਦਾ ਹੈ, ਬਿਲਕੁਲ ਪਲੇਨ, ਬਿਲਕੁਲ ਕਲੀਅਰ। ਕਿਉਂਕਿ ਓਵਰ ਦ ਈਅਰਸ ਅਸੀਂ ਟੈਕਨੀਕਸ ਇਸ ਤਰ੍ਹਾਂ ਅਡੈਪਟ ਕਰ ਲਈਆਂ ਕਿ ਦੇ ਆਰ ਕੰਫਰਟੇਬਲ, ਦੇ ਆਰ ਲਗਜ਼ੂਰੀਅਸ ਐਂਡ ਮਟੀਰੀਅਲ ਸਾਡੇ ਲਈ ਅੱਛੇ ਹੈ। ਲਾਈਕ ਗੁੱਡ ਕਾਟਨ ਕਲੋਥਸ, ਕਿ ਸਾਡੇ ਲਈ ਹੈਲਦੀਅਰ ਹੈ ਔਰ ਇਨਵਾਇਰਮੈਂਟਲੀ ਬੈਟਰ ਹੈ। ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ। ਕੋਸਟ ਵਾਈਜ਼ ਦੇ ਆਰ ਰਫਲੀ ਇਕੁਅਲ। ਥੋੜ੍ਹਾ ਜਿਹਾ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਉਹਦੇ 'ਚ ਸਾਨੂੰ ਇੱਕ ਜਿਹੜੀ ਦਿੱਕਤ ਆਉਂਦੀ ਹੈ, ਲੋਕੀ ਕਹਿੰਦੇ ਜੀ ਮਿੱਟੀ ਦਾ ਬਣਾਉਣਾ ਹੈ ਉਹ ਤਾਂ ਜੀ 5-6 ਲੱਖ ਵਿੱਚ ਹੀ ਬਣ ਜਾਏਗਾ, ਜੇ ਤਾਂ ਮੈਂ ਮਾਡਰਨ ਘਰ ਬਣਾਉਣਾ ਹੈ ਮੈਂ ਤਾਂ 2 ਕਰੋੜ ਵੀ ਖਰਚਣ ਨੂੰ ਤਿਆਰ ਹਾਂ। ਇਹ ਮਾਈਂਡ ਸੈਟ ਹੈ ਕਿ ਮਿੱਟੀ ਮਤਲਬ ਸਸਤਾ, ਲੇਬਰ ਥੋੜ੍ਹੀ ਜ਼ਿਆਦਾ ਹੈ। ਬਟ ਤੁਸੀਂ ਇਹ ਦੇਖੋ ਇੰਡੀਆ ਵਿੱਚ ਲੇਬਰ ਨੂੰ ਪੈਸੇ ਦੇਣਾ ਮੇਕ ਸੈਂਸ? ਕਿੱਥੋਂ ਵਿਚਾਰੇ ਮਾਈਗ੍ਰੇਟ ਕਰਕੇ ਆਉਂਦੇ ਸਿਰਫ ਦਿਹਾੜੀ ਕਮਾਉਣ ਲਈ, ਅਸੀਂ ਉੱਥੋਂ ਕਰਦੇ ਹਾਂ। ਏਅਰ ਕੰਡੀਸ਼ਨਿੰਗ ਜਾਂ ਹੁਣ ਇਹ ਸਾਰੀ ਇਟਾਲੀਅਨ ਮਾਰਬਲ ਹੈ, ਇਟਲੀ ਤੋਂ ਅਸੀਂ ਮਾਰਬਲ ਲੈ ਰਹੇ ਹਾਂ, ਇਟਲੀ ਪੈਸੇ ਜਾ ਰਹੇ ਹੈ ਔਰ ਸਾਡੀ ਜਿਹੜੀ 80% ਪੋਪੂਲੇਸ਼ਨ ਜਿਹੜੀ ਲੇਬਰ ਕਰ ਰਹੀ ਹੈ ਉਹਨੂੰ ਅਸੀਂ ਦਿਹਾੜੀ 'ਚ 50 ਰੁਪਏ ਵੀ ਕੱਟ ਕਰਦੇ ਹਾਂ। ਸੋ ਅ ਪ੍ਰੋਪਰ ਇੰਡਸਟਰੀ ਟੇक्स केयर ऑफ द पीपल, टेक्स केयर ऑफ योर हेल्थ, टेक्स केयर। और इंडिया की वैसे जे स्पिरिचुअली भी देखो, जो बीजोगे वो खाओगे। जे असी घर बनाते वक्त साढ़े ਜਿਹੜੇ ਕੰਮ ਕਰ ਰਹੇ ਉਹ ਵੀ ਖੁਸ਼ ਹੈ, ਮਿੱਟੀ ਔਰ ਇਨਵਾਇਰਮੈਂਟ ਦਾ ਨੁਕਸਾਨ ਨਹੀਂ ਹੋ ਰਿਹਾ। ਅਸੀਂ ਜੋ ਮਿੱਟੀ ਖੁਦਾਈ ਚੋਂ ਲਿਆ ਉਹਦੀ ਇੱਟਾਂ ਬਣਾ ਰਹੇ ਹਾਂ, ਉਹਦੀ ਇੱਟਾਂ ਯੂਜ਼ ਕਰ ਰਹੇ ਹਾਂ ਤਾਂ ਕਿ ਲੈਸ ਮਟੀਰੀਅਲਸ ਬਾਹਰੋਂ ਆਏ। ਮੋਸਟਲੀ ਅਸੀਂ ਟਰਾਈ ਕਰਦੇ ਹਾਂ 100 ਕਿਲੋਮੀਟਰ ਰੇਡੀਅਸ ਦੇ ਵਿੱਚ ਮਟੀਰੀਅਲ ਆਏ ਸਾਡਾ। ਜੇ ਪੱਥਰ ਹੈ ਤਾਂ ਵੀ ਲੋਕਲ ਹੋਏ, ਨਹੀਂ ਤਾਂ ਟਾਈਲ ਹੈ, ਕੁਛ ਹੈ ਪਰ ਗ੍ਰੀਨ ਹੋਏ। ਇਹ ਨਹੀਂ ਕਿ ਅਸੀਂ ਓਵਰ ਦ ਸ਼ਿਪਸ ਪਤਾ ਨਹੀਂ ਕਿੱਥੋਂ ਮਟੀਰੀਅਲ ਆ ਰਿਹਾ, ਕਿੰਨੇ ਪੈਸੇ ਖਰਚ ਰਹੇ ਹਾਂ ਔਰ ਫਿਰ ਉਹ ਅਨਹੈਲਦੀ ਹੈ ਸਾਡੇ ਲਈ। ਇੱਕ ਛੋਟੀ ਜਿਹੀ ਚੀਜ਼ ਹੈ, ਦੇਖੋ ਹੁਣ ਤਾਂ ਸਭ ਨੂੰ ਆਦਤ ਹੈ ਮਾਰਬਲ ਫਲੋਰਸ ਦੀ। ਮਾਰਬਲ ਵੀ ਇਟਾਲੀਅਨ ਮਾਰਬਲ, ਇਟਾਲੀਅਨ ਮਾਰਬਲ ਦੀ ਤੁਸੀਂ ਕਦੀ ਥਾਪੀ ਦੇਖੋ ਜਿਹੜੀ ਸਾਈਡ 'ਤੇ ਪਈ ਹੁੰਦੀ, ਉਹਦੇ ਪਿੱਛੇ ਪਲਾਸਟਿਕ ਦੀ ਵਾਇਰ ਮੈਸ਼ ਹੁੰਦੀ ਹੈ, ਉਹ ਕੈਮੀਕਲਸ ਨਾਲ ਚਿਪਕਾਈ ਹੁੰਦੀ ਹੈ ਔਰ ਮਾਰਬਲ ਬਹੁਤ ਪੋਰਸ ਹੈ। ਜਿਹੜਾ ਇੰਡੀਆ ਦਾ ਮਕਰਾਨਾ ਦਾ ਵਾਈਟ ਮਾਰਬਲ ਹੈ ਉਹ ਮੱਚ ਬੈਟਰ ਕੁਆਲਿਟੀ ਮਾਰਬਲ ਹੈ। ਤੁਸੀਂ ਤਾਜ ਮਹਿਲ ਹੀ ਦੇਖ ਲਓ, ਬਾਕੀ ਇੰਡੀਆ 'ਚ ਵਾਈਟ ਮਾਰਬਲ ਕਿੰਨਾ ਮਿਲਦਾ ਸੀ। ਹਾਰਡ ਹੈ, ਇਹ ਪੋਰਸ ਹੈ। ਇਹਦੇ ਜਿਹੜੇ ਕੈਮੀਕਲਸ ਨਾਲ ਚਿਪਕਾਇਆ ਉਹ ਕੈਮੀਕਲਸ ਅਸੀਂ ਇਨਹੇਲ ਕਰ ਰਹੇ ਹਾਂ, ਫਿਰ ਵੀ ਅਸੀਂ ਇਟਾਲੀਅਨ ਮਾਰਬਲ ਯੂਜ਼ ਕਰ ਰਹੇ ਹਾਂ, ਠੀਕ ਹੈ। ਬਾਕੀ ਮਾਰਬਲ ਸਾਨੂੰ ਹਰ ਜਗ੍ਹਾ ਚਾਹੀਦਾ ਹੀ ਕਿਉਂ ਹੈ? ਜੇ ਅਸੀਂ ਮਿੱਟੀ, ਸਾਡਾ ਜਿਹੜੇ ਮੇਰੇ ਆਪਣੇ ਘਰ ਵਿੱਚ ਮਿੱਟੀ ਦੇ ਫਰਸ਼ ਹੈ, ਮਿੱਟੀ ਦੀ ਫਲੋਰਿੰਗ ਦੇ ਉੱਪਰ ਤੁਸੀਂ ਚੱਲੋ ਤੁਹਾਨੂੰ ਬੈਕ ਏਕ ਨਹੀਂ ਹੋਏਗੀ, ਸਪਾਈਨਲ ਕਾਰਡ ਪ੍ਰੋਬਲਮਸ ਨਹੀਂ ਹੋਏਗੀ, ਕਿਉਂਕਿ ਹਿਊਮਨ ਬੀਇੰਗ ਵਾਜ਼ ਮੈਂਟ ਟੂ ਵਾਕ ਔਨ ਸੌਫਟ ਫਲੋਰਿੰਗ। ਇਹ ਪੱਥਰ ਦੇ ਉੱਪਰ ਚੱਲ ਕੇ ਫਿਰ ਜੀ ਲੋਕੀ ਤੇ 50-60 ਤੇ ਗੋਡਿਆਂ ਦੇ ਆਪਰੇਸ਼ਨ ਕਰਾ ਰਹੇ, ਕਿਉਂਕਿ ਸਾਨੂੰ ਉਹ ਕੁਸ਼ਨਿੰਗ ਮਿਲ ਹੀ ਨਹੀਂ ਰਹੀ। ਦ ਸਾਇੰਸ ਬਿਹਾਈਂਡ ਆਰ ਕੰਸਟਰਕਸ਼ਨ ਇੰਡਸਟਰੀ ਵੀ ਖਤਮ ਹੁੰਦੀ ਜਾ ਰਹੀ ਹੈ ਔਰ ਇਹ ਅਵੇਅਰਨੈਸ ਬਹੁਤ ਧੀਰੇ ਧੀਰੇ ਲੋਕਾਂ ਤੱਕ ਆ ਰਹੀ ਹੈ, ਕਿਉਂਕਿ ਮਾਰਕੀਟ ਦਾ ਟ੍ਰੈਂਡ ਇੰਨਾ ਜ਼ਿਆਦਾ ਹੈ। ਜਿਸ ਤਰ੍ਹਾਂ ਅੱਜ ਪ੍ਰੈਜੈਂਟੇਸ਼ਨ ਹੋਈ ਆਯੁਰਵੇਦਾ, ਉਹਦੇ ਕਿ ਆਯੁਰਵੇਦਾ ਬਿਲੀਵਸ ਕਿ ਬੋਡੀ ਔਰ ਸਪਿਰਿਟ ਹੈਲਦੀ ਰਹੇ, ਜੇ ਨਾ ਹੋਏ ਤਾਂ ਅਸੀਂ ਇਲਾਜ ਕਰੀਏ। ਇਹ ਨਹੀਂ ਕਿ ਸਿਰ ਦਾ ਵੱਖਰਾ ਉਹਦਾ। ਸਿਮਿਲਰਲੀ ਕੰਸਟਰਕਸ਼ਨ ਇੰਡਸਟਰੀ ਜਿਹੜੀ ਓਰੀਜਨਲ, ਜਿਸ ਤਰ੍ਹਾਂ ਵਾਸਤੂ ਸ਼ਾਸਤਰ ਇੰਡੀਆ ਵਿੱਚ ਕਦੋਂ ਦਾ ਬਣਿਆ ਸੀ, ਮਟੀਰੀਅਲ ਕੀ, ਪਲੈਨਿੰਗ ਕੀ,
ਤਾਂ ਸਾਰਾ ਕੁਝ ਸਨ ਮੂਵਮੈਂਟ ਦੇ ਹਿਸਾਬ ਨਾਲ ਬਣਿਆ ਸੀ, ਉਹ ਤੇ ਅਸੀਂ ਛੱਡਤਾ। ਫਿਰ ਹੁਣ ਅਸੀਂ ਸੋਲਰ ਪੈਸਿਵ ਪ੍ਰਿੰਸੀਪਲਸ ਜੀ USA ਨੇ ਪ੍ਰਮੋਟ ਕੀਤੇ ਹੈ, ਤਾਂ ਅਸੀਂ ਕਾਪੀ ਕਰ ਰਹੇ ਹਾਂ। ਹੁਣ ਇੰਡੀਆ ਦੇ ਤੇ ਹਮੇਸ਼ਾ ਹੀ ਸੋਲਰ ਪੈਸਿਵ ਦੇ ਹਿਸਾਬ ਨਾਲ ਸੀ। ਕਿੰਨੇ ਪੁਰਾਣੇ ਮੰਦਿਰ ਵੀ ਦੇਖ ਲਓ, ਸਵੇਰ ਸਵੇਰ ਦੀ ਈਸਟ ਲਾਈਟ ਮੰਦਿਰ ਦੇ ਅੰਦਰ ਤੱਕ ਆਏਗੀ, ਨਹੀਂ ਆਏਗੀ, ਠੰਡੇ ਰਹਿੰਦੇ ਹੈ। ਇਹ ਟੈਕਨੀਕਸ ਕੀ ਤੁਹਾਡਾ ਫਰਸ਼ ਸੌਫਟ ਹੋਣਾ ਚਾਹੀਦਾ ਹੈ ਤਾਂ ਕਿ ਬਿਲਡਿੰਗ ਵੀ ਤੁਹਾਡੀ ਲਾਈਫ ਸਟਾਈਲ ਨੂੰ, ਰੋਟੀ ਕੱਪੜਾ ਮਕਾਨ, ਤਿੰਨੋਂ ਚੀਜ਼ਾਂ ਸਾਨੂੰ ਇਫੈਕਟ ਕਰਦੀਆਂ। ਲੋਕਾਂ ਨੇ ਰੋਟੀ ਕਰ ਲਈ ਕਿ ਆਰਗੈਨਿਕ ਹੋਏ, ਕੱਪੜਾ ਕਰ ਲਿਆ ਕਾਟਨ ਹੋਏ, ਮਕਾਨਾਂ ਤੱਕ ਹਾਲੇ ਤੱਕ ਥੋੜਾ ਟਾਈਮ ਲੱਗੇਗਾ, ਕਿਉਂਕਿ ਜਿਸ ਤਰ੍ਹਾਂ ਦਵਾਈਆਂ ਵਾਲਿਆਂ ਦੀ, ਫਾਰਮਾ ਦੀ ਇੰਡਸਟਰੀ ਇੰਨੀ ਜ਼ਿਆਦਾ ਹੈ ਕਿ ਉਹ ਦਵਾਈਆਂ ਇੰਨੀ ਵੇਚਦੇ ਹੈ ਕਿ ਉਸ ਕਰਕੇ ਲੋਕਾਂ ਨੂੰ ਉਹਨਾਂ ਨੇ ਦੱਸਿਆ ਨਾ ਕਿ ਰੇਂਜ ਹੀ ਕੱਟ ਕਰਤੀ ਕਿ ਹੁਣ ਸਭ ਨੂੰ ਹੀ ਬੀਪੀ ਹੈ ਜਾਂ ਜੋ ਵੀ ਹੈ, ਕੋਲੇਸਟਰੋਲ ਵੱਧ ਗਿਆ, ਹੁਣ ਦਵਾਈ ਖਾਓ। ਸਿਮਿਲਰਲੀ ਕੰਸਟਰਕਸ਼ਨ ਮਟੀਰੀਅਲਸ ਦੀ ਮਾਰਕੀਟਿੰਗ ਇੰਨੀ ਜ਼ਿਆਦਾ ਹੈ, ਦਾ ਮਾਰਜਨਸ ਇੰਨੇ ਜ਼ਿਆਦਾ ਹੈ ਕਿ ਉਹ ਪ੍ਰਮੋਟ ਹੀ ਮਟੀਰੀਅਲਸ ਹੈ ਕਰਦੇ। ਸੀਮੈਂਟ ਇੰਡਸਟਰੀਜ਼ ਹੈ, ਉਹ ਸਾਰਾ ਕੁਝ। ਹੁਣ ਅਸੀਂ ਕਹਿੰਦੇ ਨਾ ਯੂਜ਼ ਕਰੋ ਸੀਮੈਂਟ, ਇਟਾਲੀਅਨ ਮਾਰਬਲਸ ਨਾ ਯੂਜ਼ ਕਰੋ, ਇਹ ਚੀਜ਼ਾਂ ਨਾ ਯੂਜ਼ ਕਰੋ। ਮਿੱਟੀ ਵਿੱਚ ਤਾਂ ਕਿਸੇ ਨੇ ਨਾ ਆਰਕੀਟੈਕਟ ਨੂੰ ਕਮਿਸ਼ਨ ਦੇਣੀ ਹੈ, ਨਾ ਬਿਲਡਰ ਨੂੰ ਮਿੱਟੀ ਦੀ ਕੀ ਕਮਿਸ਼ਨ, ਠੀਕ ਹੈ। ਅਤੇ ਇਸ ਕਰਕੇ ਉਹ ਲੋਕਾਂ ਦਾ ਮਾਈਂਡ ਸੈਟ, ਮਾਰਕੀਟਿੰਗ ਉਹਨਾਂ ਦੀ ਹੈ। ਸੋ ਥੋੜ੍ਹਾ ਟਾਈਮ ਲੱਗੇਗਾ, ਬਟ ਜਿਹੜੇ ਇੰਟੈਲੀਜੈਂਟ ਅਵੇਅਰ ਲੋਕ ਹੈ, ਇਸ ਲਈ ਸਾਡੀ ਆਰਗੇਨਾਈਜੇਸ਼ਨ ਆਈਸੀਆ ਵਿੱਚ ਕਾਫੀ ਇਨੀਸ਼ੀਏਟਿਵ ਅਸੀਂ ਸਟੂਡੈਂਟਸ ਟ੍ਰੇਨਿੰਗ ਦਾ ਕਰ ਰਹੇ ਹਾਂ ਕਿ ਸਟੂਡੈਂਟਸ ਵਾਲੀ ਜਿਹੜੀ ਨੈਕਸਟ ਜਨਰੇਸ਼ਨ ਇੰਡੀਆ ਨੂੰ ਚੇਂਜ ਕਰੇਗੀ, ਉਹਨਾਂ ਦੀ ਥਿੰਕਿੰਗ 'ਤੇ ਬੈਕ ਟੂ ਦ ਰੂਟਸ ਔਰ ਸਸਟੇਨੇਬਲ ਹੈਲਦੀ ਇੰਡੀਆ, ਜਿਸ ਤਰ੍ਹਾਂ ਸਾਡਾ ਵਿਸ਼ਾ ਥਾ, ਉਹ ਹੋਣੀ ਚਾਹੀਦੀ ਹੈ। ਮੈਮ ਇਹ ਆਈਡੀਆ ਕਿੱਥੋਂ ਆਇਆ ਸੀਗਾ ਤੁਹਾਨੂੰ? ਤੁਸੀਂ ਪੜ੍ਹਦਿਆਂ ਨੂੰ ਆਈਡੀਆ ਆਇਆ ਕਿ ਇਸ ਤਰੀਕੇ ਦਾ ਹੋਣਾ ਚਾਹੀਦਾ ਸਿਸਟਮ, ਫਿਰ ਤੁਸੀਂ ਵਿਚਾਰ ਕੀਤਾ, ਫਿਰ ਇੰਪਲੀਮੈਂਟ ਕਰਨ ਵੱਲ ਤੁਰੇ, ਜਾਂ ਬਚਪਨ ਤੋਂ ਐਸੀ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਇਸ ਪਾਸੇ ਖਿੱਚਿਆ ਵੀ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ, ਹਾਊਸ ਜਿਹੜੇ ਨੇ ਇਸ ਤਰੀਕੇ ਨਾਲ ਬਣਨੇ ਚਾਹੀਦੇ? ਦੇਖੋ, ਕੁਛ ਤਾਂ ਸਾਨੂੰ ਵੈਸੇ ਵੀ BA ਆਰਕੀਟੈਕਚਰ ਦੀ ਡਿਗਰੀ ਮੈਂ ਇੱਥੇ ਸੈਕਟਰ 12 ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਤੋਂ ਕੀਤੀ ਸੀ। ਸਿਖਾਉਂਦੇ ਤੇ ਸਾਰੇ ਪ੍ਰਿੰਸੀਪਲਸ ਹੈ, ਲੇਕਿਨ ਬੈਕ ਟੂ ਦ ਇੰਡੀਆ ਰੂਟਸ ਵਿੱਚ ਕੁਛ ਇਹ ਵੀ ਹੈ ਕਿ ਬਹੁਤ ਸੀ ਚੀਜ਼ਾਂ ਬੰਦਾ ਆਪਣੀ ਆਬਜ਼ਰਵੇਸ਼ਨ ਨਾਲ ਦੇਖਦਾ। ਜਿਸ ਤਰ੍ਹਾਂ ਮੈਂ ਦੱਸਿਆ, ਕਾਟਨ ਆ ਗਏ, ਫੈਬ ਇੰਡੀਆ ਨਇਆ ਆਇਆ ਸੀ ਜਦੋਂ ਅਸੀਂ, ਤਾਂ ਤੇ ਕੋਈ ਜਾਂਦਾ ਹੀ ਨਹੀਂ ਸੀ ਫੈਬ ਇੰਡੀਆ, ਹੁਣ ਕਿ ਕਾਟਨ ਲੋ ਜਾਂ ਕੁਛ ਹੈ। ਬਟ ਉਸ ਤੋਂ ਇਲਾਵਾ ਬਹੁਤ ਸਾਰੀ ਇਨਫਲੂਐਂਸ ਸਾਡੀ ਆਪਣੀ ਹੈਲਦੀ ਲਾਈਫ ਸਟਾਈਲ ਹੋਣ ਕਰਕੇ, ਫਿਰ ਮੈਂ, ਕਿਉਂਕਿ ਮੈਨੂੰ ਲੱਗਦਾ ਸੀ ਕਿ ਸਮਥਿੰਗ ਇਜ਼ ਮਿਸਿੰਗ, ਗ੍ਰੀਨ ਬਿਲਡਿੰਗ ਹੋਣੀ ਚਾਹੀਦੀ ਹੈ, ਕਿ ਨੈਚੁਰਲ ਹੈ ਕਿ ਸਾਨੂੰ ਸੋਲਰ ਉਹਦੇ ਹਿਸਾਬ ਨਾਲ ਪਲਾਨਿੰਗ ਕਰਨੀ ਚਾਹੀਦੀ ਹੈ। ਪਰ ਉਹਦੇ ਬਾਅਦ ਮੈਂ ਇਸ ਲਈ ਗ੍ਰੀਨ ਬਿਲਡਿੰਗ IGBC ਜਦੋਂ ਲਾਂਚ ਹੋਈ ਸੀ 2001 ਵਿੱਚ ਜੁਆਇਨ ਕਰ ਲਈ ਸੀ ਕਿ ਗ੍ਰੀਨ ਕਿਸ ਤਰ੍ਹਾਂ ਹੈ। ਬਟ ਫਿਰ ਮੈਨੂੰ ਲੱਗਿਆ ਕਿ ਜੋ ਅਸੀਂ ਬਿਲਡ ਕਰ ਰਹੇ ਹਾਂ, ਜਿਸ ਤਰ੍ਹਾਂ ਇੰਡੀਆ ਵਿੱਚ ਕੰਸਟਰਕਸ਼ਨ ਇੰਡਸਟਰੀ ਅਚਾਨਕ ਇੰਨੀ ਜ਼ਿਆਦਾ ਹੋਈ, ਜਿਹੜੇ ਜਾਣਦੇ, ਪਹਿਲੇ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਕੁਛ ਨਹੀਂ ਦਿਖਦਾ ਸੀ ਰਸਤੇ 'ਚ, ਸਿਰਫ ਹਾਈਵੇ ਸੀ। ਹੁਣ ਸਾਰਾ ਸੋਨੀਪਤ, ਸਾਰਾ ਜ਼ੀਰਕਪੁਰ, ਸਾਰਾ ਡੇਰਾਬੱਸੀ ਫਟਾਫਟ ਬੰਦਾ ਚਲਾ ਗਿਆ ਕਿ ਇੰਨੀ ਤੇਜ਼ ਕੰਸਟਰਕਸ਼ਨ ਹੈ ਕਿ ਇੰਡੀਆ ਅੱਛਾ ਹੋ ਰਿਹਾ ਕਿ ਖਰਾਬ ਹੋ ਰਿਹਾ। ਸੋ ਦੈਟ ਪ੍ਰੋਂਪਟਡ ਮੀ ਟੂ ਡੂ, ਮੈਂ ਫਿਰ MSc ਕੀਤੀ ਆਫਿਸ ਦੇ ਨਾਲ ਨਾਲ ਸਸਟੇਨੇਬਲ ਡਿਵੈਲਪਮੈਂਟ ਵਿੱਚ। ਉਹਦੇ ਵਿੱਚ ਸਾਰੇ ਪ੍ਰਿੰਸੀਪਲਸ ਆਏ, ਬਟ ਮਿੱਟੀ ਦਾ ਪਰ ਸੇ ਕਾਫੀ ਆਬਜ਼ਰਵੇਸ਼ਨ ਤੋਂ ਆਇਆ। ਬਿਕੋਜ਼ ਜਿਸ ਤਰ੍ਹਾਂ ਮੈਂ ਦੇਖਦੀ ਸੀ ਹਿਮਾਚਲ ਅਸੀਂ ਕੰਮ ਕਰਦੇ ਹਾਂ, ਅਰਥਕੁਏਕ ਆਏ, ਉਹ ਘਰ ਵਿਲੇਜਰਸ ਦੇ ਘਰ ਠੀਕ ਹੈ, ਮਾਡਰਨ ਘਰ ਗਿਰ ਗਏ, ਠੀਕ ਹੈ। ਅਸੀਂ ਉੱਤਰਾਖੰਡ ਵਿੱਚ ਦੇਹਰਾਦੂਨ ਕਈ ਕਾਲਜਸ ਵਿੱਚ ਵਿਜ਼ਿਟਿੰਗ ਫੈਕਲਟੀ ਹੋ ਗਏ ਕਿ ਫਲੈਸ਼ ਫਲੱਡਸ ਵਿੱਚ ਮਾਡਰਨ ਘਰ ਸਾਰੇ ਗਿਰ ਰਹੇ, ਵਿਲੇਜਰਸ ਦੇ ਘਰ ਠੀਕ ਹੈ। ਅਤੇ ਕੁਛ ਤਾਂ ਗੜਬੜ ਹੈਗੀ ਕਿ ਪੁਰਾਣੇ ਘਰ ਠੰਡੇ ਸੀ, ਕੁਛ ਸਾਡਾ ਅਸੀਂ ਵੀ ਦੇਖਿਆ ਸੀ ਗ੍ਰੈਂਡ ਪੇਰੈਂਟਸ ਵਗੈਰਾ ਦਾ ਲਾਈਫ ਸਟਾਈਲ ਤਾਂ ਮਿੱਟੀ ਦਾ ਸੀ। ਲਾਈਫ ਸਟਾਈਲ ਵਾਜ਼ ਮਚ ਬੈਟਰ, ਪੀਪਲ ਵੈਲ ਹੈਲਦੀਅਰ, ਹੈਪੀਅਰ ਕਰਕੇ। ਸੋ ਇਟ ਵਾਜ਼ ਅ ਨੈਚੁਰਲ ਇੰਟਰਸਟ ਕਿ ਥੋੜ੍ਹਾ ਇਹਦੇ 'ਚ ਹੋਰ ਰਿਸਰਚ ਕਰਨੀ ਚਾਹੀਦੀ ਹੈ, ਕਿਉਂ, ਕਿਸ ਤਰ੍ਹਾਂ। ਐਂਡ ਬੜੀ ਆਇਰੋਨਿਕਲ ਗੱਲ ਹੈ ਕਿ ਤਾਂ ਮੈਂ ਫਿਰ ਦੇਖਿਆ ਕਿ ਔਰੋਵਿਲ ਵਿੱਚ ਹੋ ਰਹੀ ਹੈ, ਔਰੋਵਿਲ ਅਰਥ ਇੰਸਟੀਚਿਊਟ ਕਾਫੀ ਕੰਮ ਕਰ ਰਿਹਾ ਮਡ ਕੰਸਟਰਕਸ਼ਨ ਨੂੰ ਉੱਪਰ ਲੈ ਕੇ ਆਉਣ ਦਾ। ਹੈਰਾਨੀ ਦੀ ਗੱਲ ਹੈ, ਔਰੋਵਿਲ ਅਰਥ ਇੰਸਟੀਚਿਊਟ ਵੀ ਇੱਕ ਫ੍ਰੈਂਚ ਜਿਹਨੇ ਨੇ ਸਟਾਰਟ ਕੀਤਾ, ਜਿਹਨੂੰ ਲੱਗਿਆ ਕਿ ਇੰਡੀਆ ਵਿੱਚ ਕਿੰਨੀ ਉਹ ਹੈ। ਫੈਬ ਇੰਡੀਆ ਕਾਟਨਸ ਨੂੰ ਪ੍ਰਮੋਟ ਕਰਨ ਲਈ ਵੀ ਬ੍ਰਿਟਿਸ਼ਰ ਸੀ, ਉਹ ਵੀ ਫੋਰਨਰ ਸੀ। ਬਾਹਰੋਂ ਲੋਕ ਆ ਕੇ ਦੇਖਦੇ ਕਿ ਇੰਡੀਅਨਸ ਕੋਲ ਤਾਂ ਬੜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੋਗਾ, ਹਲਦੀ ਜਾਂ ਨੀਮ ਵੀ USA ਨੇ ਪੇਟੈਂਟ ਕਰ ਲਈ, ਸਾਡੇ ਤਾਂ ਖਾਣੇ ਵਿੱਚ ਹਮੇਸ਼ਾ ਸੀਗੀ। ਸੋ ਆਈ ਫੀਲਡ ਕਿ ਸਾਨੂੰ ਨਾਰਥ ਇੰਡੀਆ ਵਿੱਚ ਤਾਂ ਕੋਈ ਕਰ ਹੀ ਨਹੀਂ ਰਿਹਾ, ਅਸੀਂ ਤਾਂ ਕਾਪੀ ਕਰਕੇ। ਇਹ ਦੇਖੋ ਜੀ ਘਰ ਮੈਂ ਦੇਖਿਆ ਜਰਮਨੀ 'ਚ ਹੈ, ਮੈਨੂੰ ਸੇਮ ਘਰ ਬਣਾ ਦਿਓ ਤੁਸੀਂ ਜਲੰਧਰ ਵਿੱਚ, ਫੋਟੋ ਲਿਆ ਕੇ। ਇਹ ਦੁਬਈ ਮੈਂ ਬਿਲਡਿੰਗ ਦੇਖ ਕੇ ਆਇਆ, ਤੁਹਾਨੂੰ ਇੱਥੇ ਬਣਾ। ਦੁਬਈ ਦਾ ਕੀ ਕਲਾਈਮੇਟ, ਜਰਮਨੀ ਦਾ ਕੀ ਕਲਾਈਮੇਟ, ਪੰਜਾਬ ਦਾ ਕੀ ਕਲਾਈਮੇਟ। ਸੋ ਉਹ ਚੀਜ਼ਾਂ ਥੋੜ੍ਹੀ ਜਿਹੀ ਮੈਨੂੰ ਬੋਦਰ ਕਰਦੀ ਸੀ। ਜਦੋਂ ਵੈਨ ਆਈ ਵਾਜ਼ ਗਰੋਇੰਗ ਅਪ, ਮੇਰੇ ਫਾਦਰ ਆਰਮੀ ਵਿੱਚ ਸੀਗੇ, ਤਾਂ ਮੈਂ ਬਹੁਤ ਜਗ੍ਹਾ ਰਹੀ ਇੰਡੀਆ ਵਿੱਚ, ਠੀਕ ਹੈ। ਐਕਚੁਅਲੀ ਰਿਵਰਸ ਵਿੱਚ ਪਾਣੀ ਸੀਗਾ ਮਤਲਬ ਜਦੋਂ ਅਸੀਂ ਛੋਟੇ ਸੀ
ਹੁਣ ਕਿਸੇ ਰਿਵਰ ਵਿੱਚ ਪਾਣੀ ਨਹੀਂ ਹੈ। ਮਤਲਬ ਕਲਾਈਮੇਟ ਚੇਂਜ ਤੇ ਅਸੀਂ ਖੁਦ ਦੇਖਿਆ ਕਿੰਨਾ ਜ਼ਿਆਦਾ ਹੋ ਗਿਆ। ਠੀਕ ਹੈ, ਅਸੀਂ ਗਰਮੀਆਂ ਦੀ ਛੁੱਟੀਆਂ ਵਿੱਚ ਕੋਠੇ ਤੇ ਸੌਂਦੇ ਸੀ ਕਿ ਹਵਾ ਠੰਡੀ ਹੈ, ਹੁਣ ਕੋਈ ਨਹੀਂ ਸੌਂਦਾ ਛੱਤਾਂ ਤੇ, ਸਿਕਿਉਰਿਟੀ ਨਹੀਂ ਹੈ, ਗਰਮੀ ਇੰਨੀ ਹੋ ਗਈ ਹੈ, ਟੈਂਪਰੇਚਰ 40-50 ਡਿਗਰੀ ਹੋ ਗਏ। ਦਿੱਲੀ ਵਿੱਚ ਲੋਕੀ ਕਹਿੰਦੇ ਬੋਨਟ ਤੇ ਅੰਡਾ ਫਰਾਈ ਕਰੋ, ਅੰਡਾ ਫਰਾਈ ਹੋ ਜਾਏਗਾ, ਇੰਨੀ ਗਲੋਬਲ ਵਾਰਮਿੰਗ ਹੋ ਗਈ। 1990s ਵਿੱਚ ਅਸੀਂ ਪੜ੍ਹਿਆ ਸੀ ਗਲੋਬਲ ਵਾਰਮਿੰਗ ਹੋਏਗੀ, ਕੋਈ ਬਿਲੀਵ ਨਹੀਂ ਕਰਦਾ ਸੀ, ਕਿਉਂਕਿ ਇੱਕ ਇੱਕ ਘਰ ਤੇ 10-10 ਏਸੀਜ਼ ਲਗਾ ਰਿਹਾ ਇੱਕ ਘਰ, ਕਿੰਨੀ ਕਾਰਬਨ ਐਮਿਸ਼ਨ ਹੈ। ਤੇ ਗਲੋਬਲ ਵਾਰਮਿੰਗ ਤੇ ਹੈ। ਦਿੱਲੀ ਦੀ ਹਵਾ ਤੁਸੀਂ ਦੇਖ ਲਓ, ਦਿੱਲੀ ਐਂਟਰ ਕਰੋ ਤੇ ਗ੍ਰੇ ਦਿਖਦਾ ਹੈ, ਬਲੂ ਸਕਾਈ ਤੇ ਦਿਖਦਾ ਹੀ ਨਹੀਂ। ਸੋ ਉਹ ਤੇ ਚੇਂਜਸ ਮੈਂ ਆਪਣੇ ਸਾਹਮਣੇ ਦੇਖੇ। ਮੈਨੂੰ ਲੱਗਿਆ ਕਿ ਅਸੀਂ ਜੇ ਐਜ਼ ਇੰਟੈਲੀਜੈਂਟ ਪ੍ਰੋਫੈਸ਼ਨਲਸ ਵੀ ਹੈਵ ਟੂ ਕੰਟਰੀਬਿਊਟ ਟੂ ਬੈਟਰ ਇੰਡੀਆ, ਬੈਟਰ ਵਰਲਡ। ਕਿ ਦੁਨੀਆ ਵਿੱਚ ਕੋਈ ਕੰਮ ਕੀਤਾ ਉਹਦਾ ਕੋਈ ਫਾਇਦਾ ਹੋਇਆ ਨਹੀਂ ਕਿ ਅਸੀਂ ਦੁਨੀਆ ਹੀ ਖਤਮ ਕਰੀ ਜਾਂਦੇ ਹਾਂ ਬਾਈ ਮੇਕਿੰਗ ਕੰਕਰੀਟ ਹਾਊਸਸ। ਇਸ ਕਰਕੇ ਥੋੜ੍ਹਾ ਜਿਹਾ ਪ੍ਰੈਕਟਿਸ ਵਿੱਚ ਜ਼ਰੂਰ ਫਰਕ ਪਿਆ ਜਦੋਂ ਮੈਂ ਲੋਕਾਂ ਨੂੰ ਕਿਹਾ ਕਿ ਨਹੀਂ, ਅਸੀਂ 27 ਏਸੀ ਇੰਸਟਾਲ ਕਰਨ ਵਾਲਾ ਤੁਸੀਂ 4 ਜਣੇ ਹੋ, ਇੰਨਾ ਵੱਡਾ 5000 ਸਕੁਆਇਰ ਫੁੱਟ ਦਾ ਫਾਰਮ ਹਾਊਸ ਮੈਂ ਨਹੀਂ ਬਣਾਵਾਂਗੀ। ਕਿ ਰਹਿਣ ਵਾਲੇ 2 ਜਣੇ ਬੱਚੇ ਬਾਹਰ ਹੈ, ਤਾਂ ਜਿੰਨਾ ਤੁਸੀਂ ਏਰੀਆ ਕੰਸਟਰਕਟ, ਔਰ ਤੁਸੀਂ ਖੁਦ ਦੇਖੋ ਇੰਡੀਆ ਜੈਸੀ ਕੰਟਰੀ ਵਿੱਚ ਜਸਟੀਫਾਈਡ ਹੀ ਨਹੀਂ ਹੈ, ਕਿੰਨੇ ਲੋਕੀ ਹੋਮਲੈਸ ਹੈ। ਠੀਕ ਹੈ, ਮੈਂ ਨਹੀਂ ਕਹਿ ਰਹੀ ਕਿ ਅਮੀਰ ਬੰਦਾ ਗਰੀਬ ਨੂੰ ਕਰ ਦੇ ਦੇ, ਬਟ ਅਸੀਂ ਥੋੜ੍ਹਾ ਕੌਨਸ਼ੀਅਸਲੀ ਰਹਿ ਸਕਦੇ ਹਾਂ। ਔਰ ਉਹ ਕੌਨਸ਼ੀਅਸਨੈਸ ਜਿਹੜੀ ਹੈ ਉਹ ਆਈ ਥਿੰਕ ਸਾਡੀ ਟੀਚਿੰਗਸ ਵਿੱਚ ਹੀ ਹੈ, ਹਰ ਚੀਜ਼ ਵਿੱਚ, ਹੈ ਨਾ। ਇਸ ਤਰ੍ਹਾਂ ਬਾਣੀ ਪੜ੍ਹਦੇ ਹਾਂ ਅਸੀਂ ਗੁਰਦੁਆਰੇ, ਇੱਕ ਲਾਈਨ ਆਉਂਦੀ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਕਬੀਰ ਜੀ ਦੀ ਲਾਈਨ ਆਉਂਦੀ ਹੈ, 3.5 ਹਾਥ ਤੇਰੀ ਸੀਮਾ, ਕਿ ਆਪਣਾ ਘਰ ਇੰਨਾ ਉੱਚਾ ਕਿਉਂ ਹੀ ਬਣਾਉਣਾ। ਸੋ ਉਹ ਚੇਂਜਸ ਆਈ ਥਿੰਕ ਜ਼ਰੂਰੀ ਹੈ। ਐਂਡ ਆਈ ਥਿੰਕ ਪਹਿਲੀ ਚੀਜ਼ ਲੋਕਾਂ ਨੂੰ ਪ੍ਰੀਚ ਕਰਨ ਤੋਂ ਪਹਿਲੇ ਆਈ ਥੋਟ ਕਿ ਆਪਣੇ 'ਤੇ ਕਰਨਾ ਚਾਹੀਦਾ ਹੈ। ਸਾਡਾ ਆਪਣਾ 2 ਰੂਮ ਦਾ ਹੀ ਘਰ ਹੈ, ਮਿੱਟੀ ਦਾ ਬਣਿਆ ਹੋਇਆ ਹੈ, ਕੋਈ ਏਸੀ ਨਹੀਂ ਯੂਜ਼ ਕਰਦੇ ਅਸੀਂ। ਕਿ ਯੂ ਸ਼ੁੱਡ ਵਾਕ ਯੋਰ ਟਾਕ, ਪਹਿਲੇ ਖੁਦ ਕਰੋ, ਫਿਰ ਤੁਸੀਂ ਦੂਜਿਆਂ ਨੂੰ ਦੱਸ ਸਕਦੇ ਹੋ। ਅਤੇ ਧੀਰੇ ਧੀਰੇ ਇਸ ਕਰਕੇ ਅਸੀਂ ਦੋਨੋਂ ਚੀਜ਼ਾਂ ਕਰ ਰਹੇ ਹਾਂ, ਬਣਾ ਵੀ ਰਹੇ ਹਾਂ ਜਿਹੜੇ ਕਲਾਇੰਟਸ ਅਵੇਅਰ ਹੈ, ਔਰ ਜਿੰਨਾ ਪੋਸੀਬਲ ਹੋ ਸਕਦਾ ਅਵੇਅਰਨੈਸ ਸਪਰੈਡ ਕਰਨ ਦੀ ਲੋੜ ਹੈ, ਕਿਉਂਕਿ ਲੋਕਾਂ ਨੂੰ ਰੋਟੀ ਤੇ ਆ ਗਈ, ਕੱਪੜੇ ਤੇ ਆ ਗਈ, ਹਲੇ ਮਕਾਨਾਂ ਤੇ ਨਹੀਂ ਆਈ ਹੈ ਫਰੈਂਕਲੀ। ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ। ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਇਹਨਾਂ ਦੇ ਵਿਚਾਰ ਸੀਗੇ। ਈਕੋ ਫਰੈਂਡਲੀ ਹਾਊਸ ਵੱਲ ਵੱਧ ਕੇ, ਜਾਂ ਜਿਸ ਤਰੀਕੇ ਦੇ ਟਰੈਡੀਸ਼ਨਲ ਹਾਊਸਿਸ ਹੁੰਦੇ ਸੀਗੇ ਉਹਦੇ ਨਾਲ ਖਰਚਾ ਵੀ ਬੇਹੱਦ ਬਚਾਇਆ ਜਾ ਸਕਦਾ, ਅਤੇ ਨਾਲ ਨਾਲ ਜਿਹਦੇ ਵੱਲ ਧਿਆਨ ਦੇਣਾ ਜ਼ਰੂਰੀ ਬਣਦਾ ਉਹ ਹੈ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਬਚਾਅ ਹੋ ਸਕਦਾ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਿਆਪ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।